हाँ जी, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅੱਜ ਮੈਂ ਤੁਹਾਡੇ ਸਾਹਮਣੇ ਫੇਰ ਤੋਂ ਹਾਜ਼ਰ ਹਾਂ ਆਪਣੀ ਨੈਕਸਟ ਵੀਡੀਓ ਲੈ ਕੇ ਤੇ ਅੱਜ ਦਾ ਜਿਹੜਾ ਟੌਪਿਕ ਹੈ ਉਹ MCQ ਮਲਟੀਪਲ ਆਨਸਰਸ ਹੈ ਇਨ ਰੀਡਿੰਗ ਸੈਕਸ਼ਨ। ਕੱਲ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ ਕਿ ਕਿੰਨੇ ਮਾਰਕਸ ਇਹ ਕੰਟਰੀਬਿਊਟ ਕਰਦਾ ਤੇ ਤੁਹਾਨੂੰ ਕਿੰਨੇ ਕੁਐਸਚਨਸ ਆਉਣਗੇ, ਕਿਵੇਂ ਦਾ ਪੈਰਾਗ੍ਰਾਫ ਹੋਏਗਾ ਤੁਹਾਡੀ ਸਕਰੀਨ ਤੇ ਅੱਜ ਮੈਂ ਇੱਕ ਹੋਰ ਐਗਜ਼ਾਮਪਲ ਲਈ ਹੈ MCQ ਮਲਟੀਪਲ ਆਨਸਰਸ ਦੀ ਇਨ ਰੀਡਿੰਗ ਸੈਕਸ਼ਨ। ਤੇ ਇਹਦੇ ਵਿੱਚ ਆਪਾਂ ਗੱਲ ਕਰਦੇ ਹਾਂ ਕਿ ਇਹਦੇ 'ਚ ਜਿਹੜਾ ਕੁਐਸਚਨ ਹੈ ਤੁਸੀਂ ਇਸ ਕੁਐਸਚਨ ਦਾ ਉੱਥੇ ਆਨਸਰ ਦੇਣਾ ਹੈ। Based on the information in the paragraph, which of the following best explain the term wind farms? ਤੇ ਕਈ ਵਾਰ ਆਪਾਂ ਕਹਿੰਦੇ ਹਾਂ ਕਿ ਉੱਥੇ ਉਹਨਾਂ ਨੇ ਲਿਖਿਆ ਹੁੰਦਾ ਕਿ ਤੁਸੀਂ ਪਹਿਲਾਂ ਪੈਰਾਗ੍ਰਾਫ ਦਾ ਬੇਸਿਕ ਆਈਡੀਆ ਲੈਣਾ ਕਿ ਐਕਚੁਅਲ 'ਚ ਜਿਹੜਾ ਪੈਰਾਗ੍ਰਾਫ ਹੈ ਉਹ ਕਿਸ ਬਾਰੇ ਹੈ। ਤਾਂ ਇੱਥੋਂ ਤੁਹਾਨੂੰ ਕੁਐਸਚਨ ਤੋਂ ਹੀ ਪੈਰਾਗ੍ਰਾਫ ਦਾ ਬੇਸਿਕ ਆਈਡੀਆ ਮਿਲ ਰਿਹਾ ਕਿ ਪੈਰਾਗ੍ਰਾਫ ਵਿੰਡ ਫਾਰਮਸ ਦੇ ਰਿਲੇਟਡ ਹੈ। ਤੇ ਉਸ ਤੋਂ ਬਾਅਦ ਤੁਸੀਂ ਜਿਹੜਾ ਪੈਰਾਗ੍ਰਾਫ ਹੈ ਉਹਨੂੰ ਰੀਡ ਕਰਨਾ ਹੈ। ਉਸ ਤੋਂ ਬਾਅਦ ਉਹਦੀਆਂ ਜਿਹੜੀਆਂ ਆਪਸ਼ਨਸ ਨੇ ਉਹਨੂੰ ਚੂਜ਼ ਕਰਨਾ ਹੈ। ਸੋ ਸਾਡੇ ਕੋਲ ਜਿਹੜਾ ਪੈਰਾਗ੍ਰਾਫ ਹੈਗਾ ਉਹ ਹੈ since 1980 the use of wind to produce electricity has been growing rapidly. In 1994 there were nearly 20,000 wind turbines worldwide, most grouped in clusters called wind farms that collectively produce 3,000 megawatts of electricity. Most were in Denmark, which got 3% of its electricity from wind turbines, and California, where 17,000 machines produce 1% of the state's electricity, enough to meet the residential needs of a city as large as San Francisco. In principle, all the power needs of the United States could be provided by exploiting the wind potential of just three states: North Dakota, South Dakota, and Texas. ਆਪਣੇ ਕੋਲ ਜਿਹੜੀ ਇਸ ਪੈਰਾਗ੍ਰਾਫ ਦੇ ਵਿੱਚ ਗੱਲ ਹੋਈ ਹੈ ਉਹ ਹੋਈ ਹੈ ਯੂਜ਼ ਆਫ ਵਿੰਡ ਟੂ ਪ੍ਰੋਡਿਊਸ ਇਲੈਕਟ੍ਰਿਸਿਟੀ। ਮੀਨਸ ਆਪਾਂ ਵਿੰਡ ਟਰਬਾਈਨਸ ਯੂਜ਼ ਕਰ ਰਹੇ ਹਾਂ ਟੂ ਪ੍ਰੋਡਿਊਸ ਦੀ ਇਲੈਕਟ੍ਰਿਸਿਟੀ। ਤੇ ਇੱਥੇ ਜਿਹੜੀ ਗੱਲ ਹੋ ਰਹੀ ਹੈ ਮੋਸਟ ਵਰ ਇਨ ਡੈਨਮਾਰਕ, ਕੈਲੀਫੋਰਨੀਆ, ਉਸ ਤੋਂ ਬਾਅਦ ਸੈਨ ਫਰਾਂਸਿਸਕੋ, ਨੌਰਥ ਐਂਡ ਸਾਊਥ ਡੈਕੋਟਾ ਐਂਡ ਟੈਕਸਸ। ਮੈਂ ਇਹਨਾਂ ਨੂੰ ਅੰਡਰਲਾਈਨ ਤਾਂ ਕੀਤਾ ਕਿ ਆਪਸ਼ਨ ਜਦੋਂ ਆਪਾਂ ਆਨਸਰ ਚੂਜ਼ ਕਰਾਂਗੇ ਤਾਂ ਮਾਈਟ ਵੀ ਉਹਦੇ ਵਿੱਚ ਇਸ ਤੋਂ ਰਿਲੇਟਡ ਕੋਈ ਆਪਸ਼ਨ ਹੋਵੇ। ਸੋ ਜਦੋਂ ਆਪਾਂ ਨੇ ਆਪਸ਼ਨਸ ਦੇਖਣੀਆਂ ਨੇ ਤਾਂ ਆਪਾਂ ਦੇਖਣਾ ਹੈ ਕਿ ਜੋ ਆਨਸਰ ਆਪਾਂ ਦੇਖ ਰਹੇ ਹਾਂ ਉਸ ਤੋਂ ਰਿਲੇਟਡ ਪੈਰਾਗ੍ਰਾਫ ਦੇ ਵਿੱਚ ਕੋਈ ਡਿਸਕਸ਼ਨ ਹੋਇਆ ਜਾਂ ਨਹੀਂ ਹੋਇਆ। ਜਿਵੇਂ ਜਿਹੜੀ ਫਸਟ ਆਪਸ਼ਨ ਹੈ ਉਹ ਹੈਗੀ ਹੈ ਫਾਰਮਸ ਯੂਜ਼ਿੰਗ ਵਿੰਡ ਮਿਲਸ ਟੂ ਪੰਪ ਵਾਟਰ। ਮਤਲਬ ਫਾਰਮਸ ਯੂਜ਼ਿੰਗ ਵਿੰਡ ਮਿਲਸ ਟੂ ਪੰਪ ਵਾਟਰ। ਇੱਥੇ ਫਾਰਮਸ ਦੀ ਕਿਤੇ ਵੀ ਗੱਲ ਨਹੀਂ ਹੋਈ ਕਿਉਂਕਿ ਇੱਥੇ ਜੋ ਗੱਲ ਹੋ ਰਹੀ ਹੈ ਉਹ ਵਿੰਡ ਟਰਬਾਈਨਸ ਦੀ ਗੱਲ ਹੋ ਰਹੀ ਹੈ ਕਿ ਆਪਾਂ ਵਿੰਡ ਟਰਬਾਈਨਸ ਯੂਜ਼ ਕਰ ਰਹੇ ਹਾਂ ਟੂ ਪ੍ਰੋਡਿਊਸ ਇਲੈਕਟ੍ਰਿਸਿਟੀ। ਸੋ ਮੋਸਟ ਗਰੁੱਪ ਇਨ ਕਲਸਟਰ ਕਾਲਡ ਵਿੰਡ ਫਾਰਮਸ। ਜੇ ਤੁਸੀਂ ਇੱਥੇ ਗਰੁੱਪਸ ਦੇ ਵਿੱਚ ਗੱਲ ਕਰੋ ਤਾਂ ਉਹਨੂੰ ਵਿੰਡ ਫਾਰਮਸ ਕਹਿ ਰਹੇ ਹਾਂ, ਬਟ ਇੱਥੇ ਉਹਨੇ ਸਿਰਫ ਫਾਰਮਸ ਮੈਂਸ਼ਨ ਕੀਤਾ ਹੈ। ਯੂਜ਼ਿੰਗ ਵਿੰਡ ਮਿਲਸ ਟੂ ਪੰਪ ਵਾਟਰ, ਇੱਥੇ ਵਾਟਰ ਦੀ ਵੀ ਕਿਤੇ ਗੱਲ ਨਹੀਂ ਹੋ ਰਹੀ ਕਿਉਂਕਿ ਸਿਰਫ ਵਿੰਡ ਦੀ ਗੱਲ ਹੋ ਰਹੀ ਹੈ, ਵਿੰਡ ਟਰਬਾਈਨਸ ਦੀ ਗੱਲ ਹੋ ਰਹੀ ਹੈ। ਸੋ ਜੋ ਆਪਾਂ ਚੈੱਕ ਕਰੀਏ ਤਾਂ ਇੱਥੇ ਵਾਟਰ ਦੀ ਕੋਈ ਗੱਲ ਨਹੀਂ ਹੋ ਰਹੀ। ਸੋ ਇਹ ਆਪਸ਼ਨ ਇਸ ਦੀ ਇਨਕਰੈਕਟ ਆਪਸ਼ਨ। ਸੈਕਿੰਡ ਹੈਗਾ ਰਿਸਰਚ ਸੈਂਟਰਸ ਐਕਸਪਲੋਰਿੰਗ ਦੀ ਯੂਜ਼ਸ ਆਫ ਵਿੰਡ। ਤੇ ਜੇ ਆਪਾਂ ਰਿਸਰਚ ਸੈਂਟਰਸ ਦੀ ਗੱਲ ਕਰੀਏ ਤਾਂ ਇੱਥੇ ਰਿਸਰਚ ਸੈਂਟਰਸ ਦੀ ਵੀ ਕੋਈ ਗੱਲ ਨਹੀਂ ਹੋ ਰਹੀ ਕਿਉਂਕਿ ਉੱਥੇ ਉਹਨੇ ਸਿੰਸ 1980 ਤੋਂ ਗੱਲ ਸਟਾਰਟ ਕੀਤੀ ਹੈ ਤੇ ਉਸ ਤੋਂ ਬਾਅਦ ਉਹ ਸਿੱਧਾ 1994 ਤੇ ਆਇਆ। ਉਸ ਤੋਂ ਬਾਅਦ ਉਹਨੇ ਕੁਝ ਸਿਟੀਜ਼ ਮਤਲਬ ਇਹਨਾਂ ਦੇ ਨਾਮ ਮੈਂਸ਼ਨ ਕੀਤੇ, ਡੈਨਮਾਰਕ, ਕੈਲੀਫੋਰਨੀਆ। ਉਸ ਤੋਂ ਇਲਾਵਾ ਇੱਥੇ ਕਿਤੇ ਵੀ ਰਿਸਰਚ ਸੈਂਟਰਸ ਦੀ ਗੱਲ ਨਹੀਂ ਹੋਈ। ਸੋ ਬੀ ਇਜ਼ ਆਲਸੋ ਇਨਕਰੈਕਟ ਆਪਸ਼ਨ। ਉਸ ਤੋਂ ਆਪਾਂ ਆਉਂਦੇ ਹਾਂ ਨੈਕਸਟ ਸੀ ਆਪਸ਼ਨ ਤੋਂ। ਤਾਂ ਵੈਸੇ ਤਾਂ ਬੱਚੇ ਗੈਸ ਕਰ ਲੈਂਦੇ ਆ ਕਿ ਜੇ 4 ਹੀ ਆਪਸ਼ਨਸ ਗਿਵਨ ਨੇ ਤਾਂ ਏ ਬੀ ਅਗਰ ਆਪਸ਼ਨ ਦੇ ਵਿੱਚ ਨਹੀਂ ਹੈ ਤਾਂ ਸੀ ਡੀ ਹੋਏਗਾ ਹੀ ਹੋਏਗਾ। ਸੋ ਇਹ ਅੰਡਰਸਟੂਡ ਹੈ ਕਿਉਂਕਿ ਇੱਕ ਮਲਟੀਪਲ ਆਨਸਰਸ ਦੀ ਗੱਲ ਹੋ ਰਹੀ ਹੈ ਤਾਂ ਇੱਕ ਜਾਂ ਦੋ ਆਪਸ਼ਨਸ ਤਾਂ ਕਰੈਕਟ ਹੋਣਗੇ ਹੀ। ਸੋ ਟਾਈਪਸ ਆਫ ਪਾਵਰ ਪਲਾਂਟ ਕਾਮਨ ਇਨ ਡੈਨਮਾਰਕ ਐਂਡ ਕੈਲੀਫੋਰਨੀਆ। ਸੋ ਇੱਥੇ ਡੈਨਮਾਰਕ ਔਰ ਕੈਲੀਫੋਰਨੀਆ ਦੀ ਗੱਲ ਹੋ ਰਹੀ ਹੈ ਜੋ ਕਾਮਨ ਨੇ। ਉਹਦੇ ਵਿੱਚੋਂ ਉਹਨੇ ਡੈਨਮਾਰਕ ਵਿੱਚ ਕਿਹਾ which got 3% of electricity and California where 17,000 machine produce 1% of the state's electricity. So C is the correct option. Next is collections of wind turbines producing electric power. The collection of wind turbines ਜਿੱਥੇ ਉਹਨੇ ਗੱਲ ਕੀਤੀ ਸੀਗੀ wind farms that collectively produce 3,000 megawatts of electricity. So D is also the correct option. ਸੋ ਐਵੇਂ ਤੁਸੀਂ ਗੈਸ ਕਰ ਸਕਦੇ ਹੋ। ਸੋ ਜਦੋਂ ਤੁਸੀਂ ਫਾਈਨਲ ਦੇ ਵਿੱਚ ਇਸ ਪੈਰਾਗ੍ਰਾਫ ਨੂੰ ਅਟੈਂਪਟ ਕਰਦੇ ਹੋ, ਇਸ ਪਾਰਟਿਕੂਲਰ ਮੋਡਿਊਲ ਨੂੰ ਅਟੈਂਪਟ ਕਰਦੇ ਹੋ ਤਾਂ ਤੁਹਾਡੇ ਕੋਲ ਉਸ ਟਾਈਮ ਇੰਨਾ ਟਾਈਮ ਨਹੀਂ ਹੁੰਦਾ ਕਿਉਂਕਿ ਜੇ ਤੁਸੀਂ ਟਾਈਮ ਮੈਨੇਜਮੈਂਟ ਦੀ ਗੱਲ ਕਰੀਏ ਤਾਂ ਤੁਹਾਡੇ ਰੀਡਿੰਗ ਦੇ 14 ਕੁਐਸਚਨਸ ਤਾਂ ਹੈਗੇ ਆ, ਕਨਫਰਮ ਹੈ ਕਿ ਤੁਹਾਨੂੰ ਆਉਣਗੇ। ਸੋ ਤੁਹਾਡੇ ਕੋਲ ਟਾਈਮ ਪੀਰੀਅਡ ਹੁੰਦਾ 28 to 30 ਮਿੰਟਸ।
ਸੇ ਜੋ ਜੇ ਤੁਸੀਂ 2 ਮਿੰਟ ਵੀ ਇੱਕ ਕੁਐਸਚਨ ਤੇ ਲਾ ਰਹੇ ਹੋ ਤਾਂ ਤੁਹਾਡੇ ਕੋਲ ਇੱਕ ਕੁਐਸਚਨ ਕੋਲ ਸਿਰਫ 2 ਮਿੰਟ ਹੀ ਨੇ, ਕਿਉਂਕਿ 14 ਇੰਟੂ 2 28 ਮਿੰਟਸ ਹੋ ਗਿਆ। ਸੋ ਇੱਕ ਅੱਧਾ ਮਿੰਟ ਤਾਂ ਤੁਸੀਂ ਐਕਸਟਰਾ ਲੈ ਕੇ ਚੱਲਣਾ। ਸੋ ਇਸ ਚੀਜ਼ ਦਾ ਧਿਆਨ ਰੱਖਣਾ ਹੈ। ਜੇ ਤੁਸੀਂ ਪਹਿਲੇ ਮੋਡਿਊਲ 'ਚ ਆਪਾਂ ਰੀਡਿੰਗ ਐਂਡ ਰਾਈਟਿੰਗ ਫਿਲਿੰਗ ਦਾ ਬਲੈਂਕਸ ਦੀ ਗੱਲ ਕੀਤੀ ਸੀਗੀ, ਤਾਂ ਉਹਦੇ ਵਿੱਚ ਆਪਾਂ ਨੇ ਜਸਟ ਮਤਲਬ ਆਪਣੇ ਇੱਕ ਪੈਰਾਗ੍ਰਾਫ ਤੇ 2 ਮਿੰਟ ਵੀ ਲੱਗ ਸਕਦੇ ਆ, 2.5 ਮਿੰਟ ਵੀ ਲੱਗ ਸਕਦੇ ਆ, 3 ਮਿੰਟਸ ਵੀ ਲੱਗ ਸਕਦੇ ਆ। ਸੋ ਤੁਸੀਂ ਇਸ ਚੀਜ਼ ਤੇ ਆਪਣਾ ਟਾਈਮ ਵੇਸਟ ਨਹੀਂ ਕਰਨਾ। ਜਿਹੜੇ ਇਹ ਕੁਐਸਚਨਸ ਨੇ ਤੁਸੀਂ ਜਸਟ 1 ਮਿੰਟ ਦੇਣਾ। ਜੇ ਤੁਹਾਨੂੰ ਕਿਤੇ ਕਨਫਿਊਜ਼ਨ ਲੱਗ ਰਹੀ ਹੈ ਤੇ ਜੇ ਤੁਹਾਨੂੰ ਮੰਨ ਲਓ ਇੱਕ ਆਪਸ਼ਨ ਪਤਾ ਲੱਗ ਗਈ, ਜੇ ਤੁਸੀਂ ਪਹਿਲਾਂ ਇੱਕ ਪੈਰਾਗ੍ਰਾਫ ਪੜ੍ਹਿਆ ਤੇ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਅੱਛਾ ਇਸ ਚੀਜ਼ ਦੀ ਗੱਲ ਹੋ ਰਹੀ ਹੈ, ਤਾਂ ਤੁਸੀਂ ਸਿੱਧਾ ਇਹਨੂੰ ਟਿਕ ਕਰਕੇ ਨੈਕਸਟ ਕੁਐਸਚਨ ਤੇ ਚਲੇ ਜਾਓ। ਸੋ ਤੁਸੀਂ ਇੱਕ ਚੀਜ਼ ਤੇ ਸਟਕ ਹੋ ਕੇ ਨਹੀਂ ਬੈਠਣਾ, ਮੇਰੇ ਕਹਿਣ ਦਾ ਭਾਵ ਇਹ ਹੈਗਾ, ਕਿਉਂਕਿ ਤੁਹਾਡੇ ਕੋਲ ਰੀਡਿੰਗ ਦੇ ਵਿੱਚ ਜਿਹੜੀ ਟਾਈਮ ਮੈਨੇਜਮੈਂਟ ਹੈ ਬਹੁਤ ਕਰੂਸ਼ੀਅਲ ਹੈ। ਇਨ ਕੇਸ ਤੁਸੀਂ ਰੀਡਿੰਗ ਐਂਡ ਰਾਈਟਿੰਗ ਤੇ ਜ਼ਿਆਦਾ ਆਪਣਾ ਟਾਈਮ ਲਗਾਤਾ, ਉਸ ਤੋਂ ਬਾਅਦ ਇਹ ਪਾਰਟ ਆ ਗਿਆ ਤੁਸੀਂ ਇੱਥੇ ਵੀ ਲਾਤਾ, ਤਾਂ ਉਸ ਤੋਂ ਬਾਅਦ ਤੁਹਾਡੇ ਕੋਲ ਅੱਗੇ ਹੋਰ 2 ਟਾਸਕ ਪਏ ਨੇ ਜਿਹੜੇ ਬਹੁਤ ਇੰਪੋਰਟੈਂਟ ਨੇ, ਰੀਆਰਡਰ ਪੈਰਾਗ੍ਰਾਫ ਤੇ ਰੀਡਿੰਗ ਫਿਲਿੰਗ ਦਾ ਬਲੈਂਕਸ। ਸੋ ਤੁਸੀਂ ਆਪਣਾ ਟਾਈਮ ਮੈਨੇਜ ਕਰਕੇ ਚੱਲਣਾ ਹੈ। ਇਸ ਟਾਸਕ ਤੇ ਬਹੁਤਾ ਟਾਈਮ ਵੇਸਟ ਨਹੀਂ ਕਰਨਾ। ਜੇ ਤੁਹਾਨੂੰ ਇੱਕ ਆਪਸ਼ਨ ਲੱਗਦਾ ਕਿ ਮੇਰਾ ਇਹ ਵਾਲਾ ਆਪਸ਼ਨ ਠੀਕ ਹੈ, ਤਾਂ ਤੁਸੀਂ ਇਹਨੂੰ ਟਿਕ ਕਰ ਦਿਓ ਤੇ ਅੱਗੇ ਚਲੇ ਜਾਓ। ਉੱਥੇ ਨਹੀਂ ਬੈਠਣਾ। ਜਿਵੇਂ ਮੈਂ ਪਹਿਲੀ ਵੀਡੀਓ 'ਚ ਡਿਸਕਸ ਕੀਤਾ ਸੀਗਾ ਕਿ ਆਪਣੀ ਇਹ ਆਪਸ਼ਨ ਠੀਕ ਸੀ। ਜੇ ਤੁਹਾਨੂੰ ਲੱਗਿਆ ਕਿ ਇੱਥੇ ਡਿਸੀਜ਼ਨ ਮੇਕਿੰਗ ਦੀ ਗੱਲ ਹੋਈ ਹੈ ਤੇ ਇੱਥੇ ਕੁਇਕ ਡਿਸੀਜ਼ਨ ਲਿਖਿਆ, ਤਾਂ ਤੁਸੀਂ ਡਾਇਰੈਕਟ ਇਸ ਆਪਸ਼ਨ ਨੂੰ ਚੂਜ਼ ਕਰੋ ਤੇ ਅੱਗੇ ਚਲੇ ਜਾਓ। ਤੁਸੀਂ ਪੈਰਾਗ੍ਰਾਫ ਪੜ੍ਹਿਆ, ਕੁਐਸਚਨ ਪੜ੍ਹਿਆ ਤੇ ਤੁਹਾਨੂੰ ਲੱਗਿਆ ਕਿ ਇਹ ਠੀਕ ਹੈ, ਤਾਂ ਤੁਸੀਂ ਨੈਕਸਟ ਕੁਐਸਚਨ ਤੇ ਕਲਿੱਕ ਕਰ ਦਿਓ। ਮਤਲਬ ਤੁਸੀਂ ਇੱਕ ਪਾਰਟ ਤੇ ਲੈ ਕੇ ਨਹੀਂ ਬੈਠਣਾ। ਉਸ ਜੋ ਤੁਹਾਨੂੰ ਲੱਗਦਾ ਹੈ ਕਿ ਹਾਂ ਬਸ ਇਹ ਆਪਸ਼ਨ ਹੋ ਸਕਦੀ ਹੈ, ਚਲੇ ਜਾਓ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਕੋਲ ਟਾਈਮ ਹੈਗਾ, ਤੁਹਾਡੀ ਬਹੁਤ ਵਧੀਆ ਟਾਈਮ ਮੈਨੇਜਮੈਂਟ ਹੈ, ਤਾਂ ਤੁਸੀਂ ਆਪਣਾ ਟਾਈਮ ਇਸ ਪਰਟੀਕੂਲਰ ਕੁਐਸਚਨ ਤੇ ਲਗਾ ਸਕਦੇ ਹੋ। ਅਦਰਵਾਈਜ਼ ਉਸ ਤੋਂ ਬਾਅਦ ਵੀ ਸਾਨੂੰ ਰੀਆਰਡਰ ਤੇ ਰੀਡਿੰਗ ਫਿਲਿੰਗ ਦਾ ਬਲੈਂਕਸ ਦੇ ਵਿੱਚ ਵੀ ਟਾਈਮ ਦੀ ਜ਼ਰੂਰਤ ਪੈਂਦੀ ਹੈ। ਸੋ ਅੱਜ ਦੀ ਵੀਡੀਓ ਲਈ ਸਿਰਫ ਇੰਨਾ ਹੀ ਸੀ। ਇਸ ਤੋਂ ਬਾਅਦ ਵੀ ਜੇ ਤੁਹਾਡੀਆਂ ਕੁਝ ਕੁਐਰੀਜ਼ ਨੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ, ਮੇਲ ਕਰ ਸਕਦੇ ਹੋ, ਤੇ ਤੁਸੀਂ ਮੈਨੂੰ WhatsApp ਨੰਬਰ ਤੇ ਕਾਲ ਜਾਂ ਮੈਸੇਜ ਜੋ ਵੀ ਤੁਹਾਨੂੰ ਕੰਫਰਟੇਬਲ ਹੈ ਤੁਸੀਂ ਕਰ ਸਕਦੇ ਹੋ। ਜੇ ਮੇਰੇ ਇੰਸਟਾਗ੍ਰਾਮ ਅਕਾਊਂਟ ਨੂੰ ਜ਼ਰੂਰ ਫੋਲੋ ਕਰ ਲਓ ਜੇ ਤੁਸੀਂ ਨਹੀਂ ਕੀਤਾ, ਤੇ ਜੇ ਹਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਦਿਓ। ਐਂਡ ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓ।